Good morning, students. Today we are going to cover next topic, prosecutions. Firstly, what do we mean by prosecution? Prosecution means pursuing a legal action or a suit against the defaulter assessee, and when there is certain lapse on the part of a person, he may be prosecuted. ਪੈਨੈਲਟੀ ਦੇ ਵਿੱਚ ਆਪਾਂ ਨੇ ਕੀ ਕੀਤਾ ਸੀ ਵੀ ਕੋਈ ਆਪਾਂ ਜਿਵੇਂ ਕਹਿ ਸਕਦੇ ਵੀ ਫਾਈਨ ਵਗੈਰਾ ਲਗਾਉਣਾ ਹੈ ਨਾ, ਵੀ ਜੇ ਕੋਈ ਪ੍ਰੋਪਰ ਟਾਈਮ 'ਤੇ ਬੁੱਕਸ ਆਫ ਅਕਾਊਂਟਸ ਨਹੀਂ ਮੇਨਟੇਨ ਕਰ ਰਿਹਾ ਜਾਂ ਫਿਰ ਟੈਕਸ ਵਗੈਰਾ ਦਾ ਡਿਡਕਟ ਹੋ ਗਿਆ, ਫਾਈਲਿੰਗ ਆਫ ਰਿਟਰਨ ਹੋ ਗਈ, ਬਟ ਡਿਪੋਜ਼ਿਟ ਨਹੀਂ ਹੋਇਆ ਗਵਰਨਮੈਂਟ ਦੀ ਟਰੈਜਰੀ ਦੇ ਵਿੱਚ, ਤਾਂ ਉਸ ਦੇ ਉੱਪਰ ਕੀ ਲੱਗਦਾ ਕੁਛ ਅਮਾਊਂਟ ਦੇ ਵਿੱਚ ਕੀ ਲੱਗਦਾ ਸੀਗਾ ਆਪਾਂ ਕਹਿ ਸਕਦੇ ਸੀ ਚਾਰਜਸ ਲੱਗਦੇ ਸੀ, ਤਾਂ ਆਪਾਂ ਉਸਨੂੰ ਕੀ ਕਹਿ ਸਕਦੇ ਹਾਂ ਪੈਨੈਲਟੀ। ਬਟ ਪ੍ਰੋਸੀਕਿਊਸ਼ਨ ਕੀ ਹੁੰਦਾ? ਪ੍ਰੋਸੀਕਿਊਸ਼ਨ ਹੁੰਦਾ ਵੀ ਇੱਕ ਲੀਗਲ ਐਕਸ਼ਨ ਲਗਾਉਣਾ, ਠੀਕ ਹੈ। ਲੀਗਲ ਐਕਸ਼ਨ ਇੱਕ ਪਰਸਨ ਦੇ ਅਗੇਂਸਟ, ਉਹ ਸਿਰਫ ਕੀ ਸੀਗਾ ਵੀ ਮਨੀ ਦੇ ਅਮਾਊਂਟ ਦੇ ਵਿੱਚ ਚਾਰਜਸ ਲਗਾਉਣੇ। ਬਟ ਜੇ ਆਪਾਂ ਗੱਲ ਕਰੀਏ ਲੀਗਲ ਐਕਸ਼ਨ ਦੀ ਇੱਕ ਡਿਫਾਲਟਰ ਦੇ ਅਗੇਂਸਟ, ਤਾਂ ਉਹ ਕੀ ਹੈ? ਪ੍ਰੋਸੀਕਿਊਸ਼ਨ। ਸੋ ਜੋ ਆਪਾਂ ਪੁਆਇੰਟਸ ਨੇ ਪੈਨੈਲਟੀਜ਼ ਦੇ ਵਿੱਚ ਕੀਤੇ ਸੀ, ਹੁਣ ਪੈਨੈਲਟੀ ਕਿਉਂ ਲੱਗਦੀ ਸੀ? ਆਪਾਂ ਸਾਰੇ ਪੁਆਇੰਟਸ ਕੀਤੇ ਸੀ ਕਿ ਬੁੱਕਸ ਆਫ ਅਕਾਊਂਟਸ ਮੇਨਟੇਨ ਕਰਨ ਦੇ ਵਿੱਚ ਫੇਲੀਅਰ ਹੈ, ਜਾਂ ਫਿਰ ਉਹਦੇ ਜਿਹੜੇ ਅਕਾਊਂਟਸ ਨੇ ਉਹ ਪ੍ਰੋਪਰ ਆਡੀਟਡ ਨਹੀਂ ਹੈਗੇ, TDS ਨਹੀਂ ਕੱਟਿਆ ਹੋਇਆ, ਜਾਂ ਫਿਰ TCS ਲਾਈਕ ਟੈਕਸ ਕਲੈਕਟਡ ਐਟ ਸੋਰਸ ਪ੍ਰੋਪਰ ਨਹੀਂ ਹੈਗਾ। ਤਾਂ ਸਾਰੇ ਪੁਆਇੰਟਸ ਜਿਹੜੇ ਆਪਾਂ ਕੀਤੇ ਸੀਗੇ ਪੈਨੈਲਟੀ ਦੇ ਵਿੱਚ, ਸੇਮ ਪੁਆਇੰਟਸ ਕਿਸ ਦੇ ਵਿੱਚ ਕਰਾਂਗੇ ਆਪਾਂ? ਪ੍ਰੋਸੀਕਿਊਸ਼ਨ ਦੇ ਵਿੱਚ। ਫਸਟ ਪੁਆਇੰਟ ਦੇਖੋ, ਫੇਲੀਅਰ ਟੂ ਅਫੋਰਡ ਨੈਸੈਸਰੀ ਫੇਲੀਅਰ ਟੂ ਦ ਅਥੋਰਾਈਜ਼ਡ ਆਫਿਸਰ to inspect books of accounts or other documents. If any person fails to afford necessary facilities to the authorized officer to inspect books of accounts or other documents, then the person will be punished with imprisonment up to 2 years. ਪੈਨੈਲਟੀ ਦੇ ਵਿੱਚ ਆਪਾਂ ਨੇ ਮੋਸਟਲੀ ਅਮਾਊਂਟ ਕੀਤੀ ਸੀ, ਅਮਾਊਂਟ ਦੇ ਫਾਰਮ ਦੇ ਵਿੱਚ, ਬਟ ਅੱਜ ਆਪਾਂ ਕੀ ਕਰ ਰਹੇ ਹਾਂ? ਪ੍ਰੋਸੀਕਿਊਸ਼ਨ। ਪ੍ਰੋਸੀਕਿਊਸ਼ਨ ਕੀ ਹੁੰਦਾ? ਇੱਕ ਪਰਸਨ ਦੇ ਅਗੇਂਸਟ। ਤਾਂ ਪਰਸਨ ਦੇ ਅਗੇਂਸਟ ਕਿਵੇਂ ਹੋ ਸਕਦਾ ਹੈ ਵੀ ਆਪਾਂ ਕੋਈ ਲੀਗਲ ਐਕਸ਼ਨ ਲੈ ਰਹੇ, ਇੰਪ੍ਰਿਜ਼ਨਮੈਂਟ ਵਗੈਰਾ ਦੇ ਥਰੂ। ਨੈਕਸਟ ਕਿ ਰਿਮੂਵਲ, ਕੰਸੀਲਮੈਂਟ, ਟਰਾਂਸਫਰ ਔਰ ਡਿਲੀਵਰੀ ਆਫ ਪ੍ਰੋਸਪੈਰਿਟੀ, ਠੀਕ ਹੈ। ਰਿਮੂਵਲ, ਕੰਸੀਲਮੈਂਟ ਕੀ ਹੁੰਦਾ ਵੀ ਜਦੋਂ ਕੋਈ ਇਨਫੋਰਮੇਸ਼ਨ ਜਿਹੜੀ ਹੈ ਰੈਲੀਵੈਂਟ ਇਨਫੋਰਮੇਸ਼ਨ ਹੈ, ਐਡੂਕੇਸ਼ਨ ਇਨਫੋਰਮੇਸ਼ਨ ਹੈ, ਬਟ ਫਿਰ ਵੀ ਕੋਈ ਕੀ ਕਰ ਰਿਹਾ ਉਸਨੂੰ ਕੰਸੀਲ ਕਰ ਰਿਹਾ ਹੈ। whosoever fraudulently removes, conceals, transfers or delivers any person, he shall be punishable with imprisonment for a term of 2 years and also be liable to fine। ਤਾਂ ਉਸਨੂੰ ਕੀ ਹੋਏਗਾ? ਇੰਪ੍ਰਿਜ਼ਨਮੈਂਟ ਵੀ ਹੋਏਗੀ 2 years ਦੀ। ਨੈਕਸਟ ਪੁਆਇੰਟ ਕੀ ਹੈ? ਫੇਲੀਅਰ ਟੂ ਕੰਪਲੀ ਵਿਦ ਦ ਪ੍ਰੋਵੀਜ਼ਨਸ। ਜੇ ਕੋਈ ਪ੍ਰੋਵੀਜ਼ਨਸ ਦੇ ਨਾਲ ਨਾ ਫੁੱਲਫਿਲ ਨਹੀਂ ਕਰ ਰਿਹਾ ਕੰਡੀਸ਼ਨ, ਜਾਂ ਫਿਰ ਕੋਈ ਪ੍ਰੋਵੀਜ਼ਨਸ ਦੀਆਂ ਲੀਗਲ ਰੂਲਸ ਰੈਗੂਲੇਸ਼ਨਸ ਨੂੰ ਪ੍ਰੋਪਰ ਫੁੱਲਫਿਲ ਨਹੀਂ ਕਰ ਰਿਹਾ ਹੈਗਾ, ਸੈਟਿਸਫਾਈਡ ਨਹੀਂ ਹੈਗਾ ਇਨਕਮ ਟੈਕਸ ਆਫਿਸਰਸ ਤੋਂ, ਤਾਂ ਉਸਦੇ ਅਗੇਂਸਟ ਕੀ ਹੋ ਸਕਦੇ? ਪ੍ਰੋਸੀਕਿਊਸ਼ਨਸ ਜਿਹੜੇ ਉਹ ਇੰਪੋਜ਼ ਕਰ ਸਕਦਾ ਹੈ। ਨੈਕਸਟ ਹੋ ਗਿਆ ਫੇਲੀਅਰ ਟੂ ਪੇ ਡਿਡਕਟ ਐਟ ਸੋਰਸ। TDS ਤੁਹਾਨੂੰ ਪਤਾ ਵੀ ਕੀ ਹੁੰਦਾ ਹੈ ਨਾ, ਪ੍ਰੋਪਰ ਆਪਾਂ ਇਹਦੇ ਇੱਕ ਚੈਪਟਰ ਹੀ ਕੀਤਾ ਹੈ। ਨੈਕਸਟ ਹੋ ਗਿਆ ਫੇਲੀਅਰ ਟੂ ਪੇ ਟੈਕਸ ਕਲੈਕਟਡ ਐਟ ਸੋਰਸ, TCS ਹੋ ਗਿਆ ਜਿਵੇਂ। ਨੈਕਸਟ ਆਪਣੇ ਕੋਲ ਹੈਗਾ ਵਿਲਫੁਲ ਅਟੈਂਪਟ ਟੂ ਇਵੇਡ ਪੇਮੈਂਟ ਆਫ ਟੈਕਸ ਇਫ ਏ ਪਰਸਨ ਵਿਲਫੁਲੀ ਅਟੈਂਪਟਸ ਇਨ ਐਨੀ ਮੈਨਰ। ਇਵੇਡ ਕਰਨਾ, ਅਵੋਇਡੈਂਸ ਕੀ ਹੁੰਦਾ? ਇਵੇਡ ਕਰਨਾ ਕੀ ਹੁੰਦਾ? ਇਵੇਡ ਇਹ ਹੁੰਦਾ ਵੀ ਜੋ ਆਪਾਂ ਅਮਾਊਂਟ ਹੈ ਘੱਟ ਪੇ ਕਰ ਰਹੇ ਹਾਂ, ਜਾਂ ਫਿਰ ਆਪਾਂ ਥੋੜ੍ਹੀ ਬਹੁਤ ਰੈਲੀਵੈਂਟ ਇਨਫੋਰਮੇਸ਼ਨ ਜਿਹੜੀ ਉਹ ਕੰਸੀਲ ਕਰਕੇ ਆਪਣੇ ਟੈਕਸ ਦੇ ਚਾਰਜ ਜਿਹੜੇ ਉਹ ਘੱਟ ਪੇ ਕਰ ਰਹੇ ਹਾਂ ਗਵਰਨਮੈਂਟ ਨੂੰ। ਤਾਂ ਇਸ ਤਰ੍ਹਾਂ ਦੇ ਕੇਸ ਦੇ ਵਿੱਚ ਵੀ ਕੀ ਕਰ ਸਕਦਾ ਇਨਕਮ ਟੈਕਸ ਆਫਿਸਰ ਜਿਹੜਾ ਉਸ ਦੇ ਅਗੇਂਸਟ ਪ੍ਰੋਸੀਕਿਊਸ਼ਨਸ ਨੇ ਉਹ ਇੰਪੋਜ਼ ਕਰ ਸਕਦਾ। ਨੈਕਸਟ ਕਿ ਵਿਲਫੁਲ ਫੇਲੀਅਰ ਟੂ ਫਰਨਿਸ਼ ਰਿਟਰਨ ਆਫ ਇਨਕਮ। ਜਾਣ ਬੁੱਝ ਕੇ ਜਿਹੜੀ ਫਾਈਲਿੰਗ ਆਫ ਰਿਟਰਨ ਹੈ ਉਹਨੂੰ ਕੀ ਕੀਤਾ ਜਾ ਰਿਹਾ? ਇਗਨੋਰ ਕੀਤਾ ਜਾ ਰਿਹਾ ਇੱਕ ਅਸੈਸੀ ਦੁਆਰਾ। ਨੈਕਸਟ ਹੈਗਾ ਆਪਣੇ ਕੋਲ ਫੇਲੀਅਰ ਟੂ ਪਨਿਸ਼ ਰਿਟਰਨ ਆਫ ਇਨਕਮ ਇਨ ਸਰਚ ਕੇਸਿਸ। ਇਫ ਏ ਪਰਸਨ ਫੇਲਸ ਟੂ ਪਨਿਸ਼ ਦ ਰਿਟਰਨ ਆਫ ਟੋਟਲ ਇਨਕਮ ਇਨ ਡਿਊ ਟਾਈਮ, ਠੀਕ ਹੈ। ਟੋਟਲ ਜਿਹੜੀ ਰਿਟਰਨ ਸੀ ਉਹਨੇ ਡਿਊ ਟਾਈਮ ਦੇ ਵਿੱਚ ਕੀ ਕੀਤਾ? ਫੇਲ ਹੋ ਗਿਆ ਉਹਨੂੰ ਫੁਲਫਿਲ ਕਰਨ ਦੇ ਵਿੱਚ, ਤਾਂ ਵੀ ਕੀ ਹੋ ਸਕਦੀ ਹੈ? ਉਸਨੂੰ ਮਿਨੀਮਮ 3 ਮੰਥਸ ਦੀ ਕੀ ਹੋ ਸਕਦੀ ਹੈ? ਇੰਪ੍ਰਿਜ਼ਨਮੈਂਟ ਹੋ ਸਕਦੀ ਹੈ। ਇਟ ਮੇ ਐਕਸਟੈਂਡ ਟੂ 3 ਈਅਰ, 3 ਮੰਥਸ ਤੋਂ ਐਕਸਟੈਂਡ ਕਰਕੇ 3 ਈਅਰਸ ਤੱਕ ਵੀ ਹੋ ਸਕਦੀ ਹੈ। ਨੈਕਸਟ ਆਪਣੇ ਕੋਲ ਫੇਲੀਅਰ ਟੂ ਪ੍ਰੋਡਿਊਸ ਅਕਾਊਂਟਸ ਔਰ ਡਾਕੂਮੈਂਟਸ। ਜੇ ਉਹ ਪ੍ਰੋਪਰ ਅਕਾਊਂਟਸ ਜਾਂ ਡਾਕੂਮੈਂਟਸ ਨਹੀਂ ਪ੍ਰੋਡਿਊਸ ਕਰ ਰਿਹਾ ਤਾਂ 1 ਈਅਰ ਦੀ ਇੰਪ੍ਰਿਜ਼ਨਮੈਂਟ ਵੀ ਹੋ ਸਕਦੀ ਹੈ। ਤਾਂ ਇਹ ਸਾਰੇ ਇੱਕ ਪੁਆਇੰਟਸ ਨੇ ਜੋ ਤੁਸੀਂ ਪੈਨੈਲਟੀ ਦੇ ਵਿੱਚ ਕੀਤੇ ਨੇ, ਸੇਮ ਸਾਰੇ ਪੁਆਇੰਟਸ ਕਿਸ ਦੇ ਵਿੱਚ ਕਰਾਂਗੇ? ਅੱਜ ਆਪਾਂ ਪ੍ਰੋਸੀਕਿਊਸ਼ਨ ਦੇ ਵਿੱਚ ਕਰਾਂਗੇ। ਨੈਕਸਟ ਕੀ ਹੈ? ਫਾਲਸ ਸਟੇਟਮੈਂਟ ਇਨ ਵੈਰੀਫਿਕੇਸ਼ਨ, ਲਾਈਕ ਆਡੀਟਿੰਗ ਨਹੀਂ ਹੁੰਦੀ ਇੱਕ ਸੈਕਸ਼ਨ 44AB ਦੇ ਵਿੱਚ ਵੀ ਤੁਹਾਨੂੰ ਕੀ ਕਰਨੇ ਪੈਂਦੇ ਨੇ ਆਪਣੇ ਅਕਾਊਂਟਸ 44A ਦੇ ਅੰਡਰ। ਤੁਹਾਨੂੰ ਪਹਿਲਾਂ ਗੱਲ ਤਾਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਅਕਾਊਂਟਸ ਜਿਹੜੇ ਉਹ ਮੇਨਟੇਨ ਕਰਨੇ ਪੈਂਦੇ ਨੇ, ਫਿਰ ਉਹਨੂੰ ਕੀ ਕਰਨਾ ਪੈਂਦਾ? ਵੈਰੀਫਾਈ ਕਰਨਾ ਪੈਂਦਾ। ਤਾਂ ਜੇ ਪ੍ਰੋਪਰ ਵੈਰੀਫਿਕੇਸ਼ਨ ਨਹੀਂ ਹੈਗੀ ਤਾਂ ਐਟਲੀਸਟ 3 ਮੰਥਸ ਆਪਾਂ ਕਹਿ ਸਕਦੇ ਇੰਪ੍ਰਿਜ਼ਨਮੈਂਟ ਹੋ ਸਕਦੀ ਹੈ। ਨੈਕਸਟ ਆਪਣੇ ਕੋਲ ਕੀ ਹੈ? ਫਾਲਸੀਫਿਕੇਸ਼ਨ ਆਫ ਬੁੱਕਸ ਆਫ ਅਕਾਊਂਟਸ। ਤੁਸੀਂ 44A ਦੇ ਅੰਡਰ ਕੀ ਕੀਤਾ? ਸੈਕਸ਼ਨ 44A ਦੇ ਅੰਡਰ ਬੁੱਕਸ ਆਫ ਅਕਾਊਂਟਸ ਮੇਨਟੇਨ ਕਰ ਲਈ, ਬਟ ਉਹ ਕਿਹੜੇ ਅਕਾਊਂਟਸ ਕੀਤੇ ਨੇ? ਤੁਸੀਂ ਫਾਲਸ ਕੀਤੇ ਨੇ। ਕਿਉਂਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ ਇੱਥੇ? ਆਪਣਾ ਜਿਹੜਾ ਟੈਕਸ ਹੈ ਉਸਨੂੰ ਕੀ ਕਰਨਾ ਚਾਹੁੰਦੇ ਹੋ? ਇਵੇਡ ਕਰਨਾ ਚਾਹੁੰਦੇ ਹੋ, ਤਾਂ ਵੀ ਤੁਹਾਨੂੰ ਕੀ ਹੋ ਸਕਦੀ ਹੈ? ਪ੍ਰੋਸੀਕਿਊਸ਼ਨ ਹੋ ਸਕਦੀ ਹੈ। ਅਤੇ ਨੈਕਸਟ ਆਪਣੇ ਕੋਲ ਹੈ ਓਫੈਂਸ ਬਾਈ ਕੰਪਨੀਜ਼ ਓਫੈਂਸ ਕਰ ਰਹੀਆਂ ਨੇ, ਜਾਂ ਫਿਰ HUF ਇਨਫਲੂਐਂਸ ਕਰ ਰਹੇ ਆਪਾਂ ਕਹਿ ਸਕਦੇ ਹਾਂ ਨਾ। ਤਾਂ ਇਹਨਾਂ ਸਾਰੇ ਕੇਸਿਸ ਦੇ ਵਿੱਚ ਵੀ ਕੀ ਹੋ ਸਕਦੀ ਹੈ? ਪ੍ਰੋਸੀਕਿਊਸ਼ਨ ਚਾਰਜ ਹੋ ਸਕਦਾ। ਤਾਂ ਇਹ ਆਪਣਾ ਟੌਪਿਕ ਸੀ ਪੈਨੈਲਟੀ ਐਂਡ ਪ੍ਰੋਸੀਕਿਊਸ਼ਨ। ਤਾਂ ਤੁਸੀਂ ਸਿਰਫ ਇਹਨੂੰ ਇੱਥੋਂ ਤੱਕ ਹੀ ਕਰਨਾ ਹੈ। ਥੈਂਕ ਯੂ।